ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 37ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਆਓ ਸਭ ਤੋਂ ਪਹਿਲਾਂ ਉਚਾਰਨ ਵੱਲ ਧਿਆਨ ਦਈਏ ਜੀ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਾ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸਹਿ ਕੇ ਲੋ, ਕਰਹਿ ਅਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ। ਤਿਥੈ ਖੰਡ ਮੰਡਲ ਵਰਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰਣਾ ਸਾਰ। ਇਹ ਜੋ ਪੌੜੀ ਹੈ, ਇਹਦੇ ਵਿੱਚ ਦੋ ਖੰਡਾਂ ਦੀ ਗੱਲ ਕੀਤੀ ਗਈ ਹੈ, ਕਰਮਖੰਡ ਤੇ ਸੱਚਖੰਡ। ਪਹਿਲਾ ਜੋ ਆਇਆ ਹੈ ਉਹ ਹੈ ਕਰਮਖੰਡ। ਕਰਮਖੰਡ ਦੀ ਗੱਲ ਕੀਤੀ ਹੈ, ਜਿਵੇਂ ਕਿ ਸਾਨੂੰ ਪਤਾ ਲੱਗਿਆ ਹੋਏਗਾ ਅਜੇ ਤੱਕ ਕਿ ਜਪਜੀ ਸਾਹਿਬ ਵਿੱਚ ਕੁੱਲ 5 ਖੰਡਾਂ ਦੀ ਗੱਲ ਕੀਤੀ ਗਈ ਹੈ, ਯਾਨੀ ਕਿ ਅਧਿਆਤਮਕ ਅਵਸਥਾਵਾਂ। ਸਭ ਤੋਂ ਪਹਿਲਾਂ ਆਪਾਂ ਧਰਮਖੰਡ ਦੇ ਬਾਰੇ ਪਤਾ ਕੀਤਾ, ਧਰਮਖੰਡ ਦੀ ਵਿਚਾਰ ਕੀਤੀ, ਫਿਰ ਗਿਆਨਖੰਡ ਦੀ ਵਿਚਾਰ ਕੀਤੀ, ਫਿਰ ਸਰਮਖੰਡ ਦੀ ਵਿਚਾਰ ਕੀਤੀ। ਹੁਣ ਜੋ ਇੱਥੇ ਵਿਚਾਰ ਸਟਾਰਟ ਹੋ ਰਹੀ ਹੈ ਉਹ ਹੈ ਕਰਮਖੰਡ। ਕਰਮਖੰਡ ਭਾਵ ਬਖਸ਼ੀਸ਼ ਦਾ ਖੰਡ। ਅਜਿਹਾ ਖੰਡ, ਅਜਿਹੀ ਅਵਸਥਾ ਜਿਹਦੇ ਵਿੱਚ ਮਨੁੱਖ ਨੂੰ ਗਿਆਨ ਦੇ ਕਾਰਨ, ਜੋ ਨੇ ਨਿਯਮ ਫੋਲੋ ਕੀਤੇ ਉਸ ਕਾਰਨ, ਤੇ ਜੋ ਉਸਨੇ ਮਿਹਨਤ ਕੀਤੀ ਹੈ ਉਸ ਕਾਰਨ ਪਰਮਾਤਮਾ ਦੀ ਜੋ ਬਖਸ਼ੀਸ਼ ਹੁੰਦੀ ਹੈ, ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਕਰਮਖੰਡ, ਇਹ ਕਰਮਖੰਡ ਜਿਹੜਾ ਹੈ ਅਜਿਹੇ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਹੜਾ ਜੋ ਪਹਿਲੇ ਜਿਹੜੇ 3 ਖੰਡ ਹੈ, ਜੋ ਪਹਿਲੀ 3 ਅਵਸਥਾ ਨੇ, ਉਹਨਾਂ ਨੂੰ ਕਮਾਉਂਦਾ ਹੈ। ਇਹ ਗੱਲ ਇੱਥੇ ਕਮਾਉਣ ਦੀ ਹੈ ਕਿ ਪਹਿਲੇ ਨਿਯਮਾਂ ਨੂੰ ਸਮਝਦਾ ਹੈ, ਫਿਰ ਪਰਮਾਤਮਾ ਦਾ ਜਿਹੜਾ ਅਸਲ ਗਿਆਨ ਹੈ, ਯਾਨੀ ਕਿ ਦੁਨਿਆਵੀ ਗਿਆਨ ਨਹੀਂ, ਅਸਲ ਗਿਆਨ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਉਹਦੇ ਲਈ ਫਿਰ ਸਰਮਖੰਡ ਯਾਨੀ ਕਿ ਮਿਹਨਤ ਕਰਦਾ ਹੈ, ਮਿਹਨਤ ਵਾਲੀ ਅਵਸਥਾ ਵਿੱਚ ਆਉਂਦਾ ਹੈ, ਤੇ ਫਿਰ ਪਰਮਾਤਮਾ ਦੀ ਬਖਸ਼ੀਸ਼ ਦਾ ਪਾਤਰ ਬਣਦਾ ਹੈ। ਤੇ ਫਿਰ ਉਹਨੂੰ ਕੀ ਪ੍ਰਾਪਤ ਹੁੰਦਾ ਹੈ? ਕਰਮਖੰਡ ਕੀ ਬਾਣੀ ਜੋਰ। ਅਜਿਹੀ ਅਵਸਥਾ ਵਿੱਚ ਕਰਮਖੰਡ ਕੀ ਬਾਣੀ ਭਾਵ ਬਣਾਵਟ, ਬਾਣੀ ਦਾ ਭਾਵ ਬਣਾਵਟ, ਜੋਰ ਭਾਵ ਤਾਕਤ ਕਹਿ ਲਓ, ਸ਼ਕਤੀ ਕਹਿ ਲਓ, ਕਿ ਅਜਿਹੀ ਅਵਸਥਾ ਵਿੱਚ ਉਸ ਮਨੁੱਖ ਨੂੰ ਇੱਕ ਅਲੱਗ ਹੀ ਤਾਕਤ ਪ੍ਰਾਪਤ ਹੁੰਦੀ ਹੈ ਪਰਮਾਤਮਾ ਤੋਂ। ਅਜਿਹੀ ਸ਼ਕਤੀ ਜੋ ਉਹਦੀ ਵਿਲ ਪਾਵਰ ਨੂੰ ਪੂਰੀ ਤਰੀਕੇ ਨਾਲ ਸਟਰੋਂਗ ਕਰ ਦਿੰਦੀ ਹੈ। ਜਿੱਥੇ ਉਹ ਥਾਂ ਥਾਂ ਤੇ ਡੋਲ ਜਾਂਦਾ ਸੀ, ਹਰ ਇੱਕ ਗੱਲ ਤੇ ਕਿਸੇ ਤੋਂ ਵੀ ਪ੍ਰਭਾਵਿਤ ਹੋ ਜਾਂਦਾ ਸੀ, ਪਰ ਨਹੀਂ, ਹੁਣ ਉਹ ਸਿਰਫ ਤੇ ਸਿਰਫ ਪਰਮਾਤਮਾ ਨਾਲ ਹੀ ਸਿਰਫ ਨਾਮ ਜਪਦਾ ਹੈ। ਪਰਮਾਤਮਾ ਦੇ ਨਾਲ ਜਿਹੜਾ ਹੈ ਉਹਦਾ ਸਿੱਧਾ ਕਨੈਕਸ਼ਨ ਹੈ। ਹੁਣ ਉਹਨੂੰ ਜਿਹੜੇ ਵਿਕਾਰ ਹੈ ਉਹ ਸਤਾਉਂਦੇ ਨਹੀਂ। ਹੁਣ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਬਿਲਕੁਲ ਆਨੰਦਮਈ ਹੋ ਚੁੱਕੀ ਹੈ। ਕਿਉਂ? ਕਾਰਨ ਕੀ ਹੈ? ਅਗਲੀ ਤੁਕੀ 'ਚ ਦੱਸਦੇ ਆ, ਤਿੱਥੈ ਹੋਰ ਨਾ ਕੋਈ ਹੋਰ। ਕਿਉਂਕਿ ਅਜਿਹੀ ਅਵਸਥਾ ਵਿੱਚ, ਅਜਿਹੀ ਸੂਰਤ ਵਿੱਚ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਹੁੰਦਾ ਹੀ ਨਹੀਂ। ਅਗਰ ਮੈਮਰੀ ਕਾਰਡ ਮੰਨ ਲਓ 100 GB ਮੰਨ ਲਓ ਮੈਮਰੀ ਹੈ, ਅਗਰ ਉਹ 100 ਦੀ 100 ਭਰੀ ਹੋਈ ਹੈ, ਤੇ ਕੀ ਉਹਦੇ ਵਿੱਚ ਕੁਝ ਹੋਰ ਭਰ ਸਕਦੇ ਜਾਂ ਨਹੀਂ ਭਰ ਸਕਦੇ? ਕਿਉਂ? ਅਗਰ ਭਰਨਾ ਵੀ ਹੈ ਤੇ ਪਹਿਲੇ ਉਹਨੂੰ ਹਟਾਉਣਾ ਪਏਗਾ ਜੋ ਪਹਿਲੇ ਆਲਰੇਡੀ ਹੈ। ਤੇ ਅਗਰ
ਸਿਰਫ ਤੇ ਸਿਰਫ ਪਰਮਾਤਮਾ ਹੀ ਵਸ ਰਿਹਾ ਇੱਕ ਜਗ੍ਹਾ, ਔਰ ਵਿਕਾਰਾਂ ਵਾਸਤੇ ਜਗ੍ਹਾ ਹੀ ਨਹੀਂ ਹੈ, ਤੇ ਉਹ ਅਗਰ ਜਗ੍ਹਾ ਹੀ ਨਹੀਂ ਹੈ ਤਾਂ ਉਹ ਆ ਹੀ ਨਹੀਂ ਸਕਦੇ। ਤੇ ਅਜਿਹੀ ਅਵਸਥਾ ਵਿੱਚ ਮਨੁੱਖ ਜੋ ਹੈ ਉਹ ਸਿਰਫ ਤੇ ਸਿਰਫ ਕਹਿ ਸਕਦੀ ਹੈ ਕਿ ਉਸ ਪਰਮਾਤਮਾ ਰੂਪੀ ਸਾਗਰ ਵਿੱਚ ਪੂਰੀ ਤਰੀਕੇ ਦੇ ਨਾਲ ਡੁੱਬਿਆ ਹੁੰਦਾ ਹੈ। ਅਜਿਹੀ ਅਵਸਥਾ ਵਿੱਚ ਉਹਨੂੰ ਕੋਈ ਵੀ ਵਿਕਾਰ ਜਿਹੜਾ ਹੈ ਉਹ ਹਾਵੀ ਨਹੀਂ ਕਰਦਾ। ਇਸ ਕਾਰਨ ਤਿੱਥੈ ਜੋਤ ਮਹਾਬਲ ਸੂਰ, ਅਜਿਹੀ ਅਵਸਥਾ ਵਿੱਚ ਜਿਹੜੇ ਪਹੁੰਚਦੇ ਆ ਜਿੱਥੇ ਸਿਰਫ ਤੇ ਸਿਰਫ ਪਰਮਾਤਮਾ ਉਹਨਾਂ ਦੇ ਅੰਦਰ ਨਿਵਾਸ ਕਰਦਾ ਹੈ, ਉਹ ਸਿਰਫ ਤੇ ਸਿਰਫ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦੇ ਆ। ਤਿੱਥੈ ਯਾਨੀ ਕਿ ਅਜਿਹੀ ਅਵਸਥਾ ਵਿੱਚ ਜਾਣ ਵਾਲੇ ਮਨੁੱਖਾਂ ਨੂੰ ਕਿਹਾ ਜਾਂਦਾ ਕਿ ਉਹ ਯੋਧੇ ਨੇ, ਅਸਲੀ ਯੋਧੇ ਨੇ। ਮਹਾਬਲੀ ਨੇ, ਸੂਰ ਭਾਵ ਸੂਰਮੇ ਨੇ, ਜਿਨ੍ਹਾਂ ਨੇ ਅਜਿਹੀ ਘਾਲਣਾ ਘਾਲੀ, ਅਜਿਹੀ ਅਵਸਥਾ ਪ੍ਰਾਪਤ ਕੀਤੀ। ਉਹ ਸੱਚ ਵਿੱਚ ਯੋਧੇ ਨੇ, ਮਹਾਬਲੀ ਨੇ ਤੇ ਅਸਲੀ ਸੂਰਮੇ ਨੇ। ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੰਨ ਮਹਿ ਉਹਨਾਂ ਵਿੱਚ ਪੂਰੇ ਤਰੀਕੇ ਦੇ ਨਾਲ ਉਹ ਰਮਿਆ ਹੋਇਆ, ਜੋ ਹਰ ਜਗ੍ਹਾ ਤੇ ਵਿਆਪਕ ਹੈ, ਉਹ ਰਾਮ ਅਕਾਲ ਪੁਰਖ, ਉਹ ਪਰਮਾਤਮਾ ਪੂਰੇ ਤਰੀਕੇ ਨਾਲ ਉਹਨਾਂ ਦੇ ਅੰਦਰ ਹੁੰਦਾ ਹੈ। ਭਰਪੂਰ ਯਾਨੀ ਕਿ ਸਿਰਫ ਤੇ ਸਿਰਫ ਪਰਮਾਤਮਾ ਹੀ ਹੁੰਦਾ ਹੈ, ਔਰ ਦੂਜੀ ਗੱਲ ਨਹੀਂ ਹੁੰਦੀ। ਉਹ ਸਿਰਫ ਤੇ ਸਿਰਫ ਹੁਣ ਪਰਮਾਤਮਾ ਵਿੱਚ ਲੀਨ ਹੋ ਕੇ ਜਿੰਦੇ ਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਅਜਿਹੀ ਅਵਸਥਾ ਜਿਹੜੀ ਹੈ ਉਹਨੂੰ ਸੀਤਾ ਜਾਂਦਾ, ਜਿਵੇਂ ਕੱਪੜੇ ਨੂੰ ਸੀਤਾ ਜਾਂਦਾ ਹੈ। ਇੱਥੇ ਕੀ ਕਿਹਨੂੰ ਘਟ ਰਹੇ ਅਸੀਂ, ਕਿਹਨੂੰ ਸੀ ਰਿਹਾ? ਸੁਰਤ ਨੂੰ, ਮਤ ਨੂੰ, ਮਨ ਨੂੰ ਤੇ ਬੁੱਧ ਨੂੰ। ਤੇ ਜਦ ਘੜੀ ਜਾਂਦੀ ਹੈ ਉਹ ਕਿੱਥੇ ਘੜੀ ਜਾਂਦੀ ਹੈ, ਕਿਵੇਂ ਘੜੀ ਜਾਂਦੀ? ਸਿਰਫ ਤੇ ਸਿਰਫ ਮਹਿਮਾ ਮਾਹੇ, ਉਸ ਅਕਾਲ ਪੁਰਖ ਦੀ ਮਹਿਮਾ ਵਿੱਚ, ਉਸ ਦੀ ਵਡਿਆਈ ਵਿੱਚ ਸਿਰਫ ਤੇ ਸਿਰਫ ਉਹਦੀ ਜਿਹੜੀ ਸੁਰਤ ਹੈ ਉਹ ਸੀਤੀ ਜਾਂਦੀ ਹੈ। ਭਾਵ ਉਹਨੂੰ ਹੁਣ ਹੋਰ ਕੁਝ ਨਹੀਂ ਸੁਝਦਾ, ਉਹ ਸਿਰਫ ਤੇ ਸਿਰਫ ਪਰਮਾਤਮਾ ਦੀ ਹੀ ਗੱਲ ਜਿਹੜੀ ਹੈ ਉਹ ਕਰਦਾ। ਹੁਣ ਉਹਨੂੰ ਪਰਮਾਤਮਾ ਤੋਂ ਹੀ ਅਸਲ ਸਵਾਦ ਹੁੰਦਾ ਹੈ। ਉਹ ਦੁਨਿਆਵੀ ਜਿਹੜੇ ਸਵਾਦ ਆ ਉਹ ਸਾਰੇ ਹੁਣ ਛੱਡ ਚੁੱਕਾ ਹੈ। ਇਸ ਲਈ ਤਾਂ ਕਿ ਰੂਪ ਨਾ ਕਤਨੇ ਜਾਹੇ, ਇਸ ਲਈ ਅਜਿਹੀ ਅਵਸਥਾ ਵਾਲਿਆਂ ਦੇ ਜਿਹੜੇ ਰੂਪ ਆ, ਜਿਹੜਾ ਕਹਿ ਸਕਦੇ ਆ ਉਹਨਾਂ ਦੀ ਜਿਹੜੀ ਅਵਸਥਾ ਹੈ, ਅਧਿਆਤਮਕ ਅਵਸਥਾ, ਜਿਹੜਾ ਉਹਨਾਂ ਦਾ ਰੂਪ ਹੈ, ਨਾ ਕਥਨੇ ਜਾਏ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਜਿਹੜੇ ਅਜਿਹੀ ਅਵਸਥਾ ਨੂੰ ਪ੍ਰਾਪਤ ਕਰਦੇ ਆ, ਕਮਾਉਂਦੇ ਆ। ਨਾ ਉਹ ਮਰਹਿ ਨਾ ਠਾਗੇ ਜਾਏ, ਸਰੀਰ ਨਸ਼ਟਵਾਨ ਹੈ, ਸਰੀਰ ਨੇ ਇੱਕ ਦਿਨ ਮਿੱਟੀ ਹੋਣਾ ਹੀ ਹੋਣਾ ਹੈ। ਮਿੱਟੀ ਤੋਂ ਬਣਿਆ ਤੇ ਇੱਕ ਦਿਨ ਇਹਨੇ ਦੁਬਾਰਾ ਮਿੱਟੀ ਵਿੱਚ ਜਾ ਕੇ ਰਲ ਜਾਣਾ ਹੈ। ਪਰ ਜਿਹੜਾ ਮਨ ਹੈ ਇਹ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ। ਤੇ ਜਿਹੜੇ ਅਜਿਹੀ ਅਵਸਥਾ ਨੂੰ ਪ੍ਰਾਪਤ ਕਰਦੇ ਆ ਉਹ ਫਿਰ ਆਤਮਕ ਮੌਤ ਨਹੀਂ ਮਰਦੇ। ਨਾ ਉਹ ਮਰਹਿ ਨਾ ਠਾਗੇ ਜਾਏ, ਨਾ ਹੀ ਉਹ ਠੱਗੇ ਜਾਂਦੇ ਆ। ਉਹ ਠੱਗੇ ਨਹੀਂ ਜਾਂਦੇ। ਕਿਸੋਂ ਨਹੀਂ ਠੱਗੇ ਜਾਂਦੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਨੂੰ ਲੁੱਟ ਨਹੀਂ ਸਕਦੇ। ਜਿਹੜੀ ਦੁਨੀਆ ਹੈ, ਜਿਹੜਾ ਦੁਨਿਆਵੀ ਮਨੁੱਖ ਹੈ, ਉਹ ਅਕਸਰ ਜਿਹੜਾ ਹੈ ਇਹਨਾਂ ਤੋਂ ਠੱਗੀ ਜਾਂਦਾ ਹੈ। ਵਿਕਾਰ ਜਿਹੜੇ ਉਹਨੂੰ ਲੁੱਟ ਲੈਂਦੇ ਆ। ਕਦੀ ਉਹਨੂੰ ਕਾਮ ਸਤਾਉਂਦਾ ਹੈ, ਕਦੀ ਕ੍ਰੋਧ ਸਤਾਉਂਦਾ ਹੈ, ਕਦੀ ਲੋਭ ਸਤਾਉਂਦਾ ਹੈ, ਕਦੀ ਮੋਹ ਸਤਾਉਂਦਾ ਹੈ ਤੇ ਕਦੀ ਅਹੰਕਾਰ ਸਤਾਉਂਦਾ ਹੈ। ਪਰ ਜਿਹੜੇ ਅਜਿਹੀ ਅਧਿਆਤਮਕ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਆ ਕਰਮਖੰਡ ਵਾਲੀ, ਉਹਨਾਂ ਨੂੰ ਇਹ ਪੰਜ ਵਿਕਾਰ ਜਿਹੜੇ ਆ ਠੱਗ ਨਹੀਂ ਸਕਦੇ, ਲੁੱਟ ਨਹੀਂ ਸਕਦੇ। ਜਿਨ ਕੈ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਰਾਮ ਜਿਹੜਾ ਹੈ ਉਹ ਆਪ ਜਿਹੜਾ ਹੈ ਉਹ ਵਸਦਾ ਹੈ। ਉਹ ਰਮਿਆ ਹੋਇਆ ਪਰਮਾਤਮਾ, ਉਹ ਅਕਾਲ ਪੁਰਖ ਜਿਹੜਾ ਹੈ ਉਹ ਆਪ ਵਸਦਾ ਹੈ। ਉਹ ਨਾ ਤਾਂ ਮਰਦੇ ਆ ਤੇ ਨਾ ਜਿਹੜੇ ਆ ਲੁੱਟੇ ਜਾਂਦੇ ਆ। ਉਹਨਾਂ ਦਾ ਇੱਕ ਹੋਰ ਵੀ ਅਸੀਂ ਲੈ ਸਕਦੇ ਹਾਂ ਮਿਸਾਲ, ਕਿ ਹਮੇਸ਼ਾ ਲਈ ਕਹਿ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਨਾਮ ਹੈ ਉਹ ਅਮਰ ਰਹਿੰਦਾ ਹੈ। ਅੱਜ ਵੀ ਜਿਹੜੇ ਚੰਗੇ ਨਾਮ ਆ, ਜਿਨ੍ਹਾਂ ਨੇ ਸੱਚ ਵਿੱਚ ਆਪਣੇ ਜੀਵਨ ਵਿੱਚ ਘਾਲਣਾ ਘਾਲੀ, ਮਿਹਨਤ ਕੀਤੀ, ਪ੍ਰਭੂ ਦਾ ਨਾਮ ਜਪਿਆ, ਦਮ ਸੰਭਾਲਿਆ, ਨਾਮ ਵਿੱਚ ਰੰਗ ਕੇ ਜ਼ਿੰਦਗੀ ਬਤੀਤ ਕੀਤੀ, ਉਹਨਾਂ ਨੂੰ ਕੀ ਦੁਨੀਆ ਮਰਨ ਦਿੰਦੀ ਹੈ? ਨਹੀਂ। ਨਾਨਕ ਮੂਏ ਨਾ ਆਖੀਐ ਜੇ ਗੁਰ ਕੇ ਸ਼ਬਦ ਸਮਾਹੇ,
ਗੁਰਬਾਣੀ ਕਹਿੰਦੀ ਅਜਿਹੇ ਮਨੁੱਖਾਂ ਨੂੰ ਜਿਹੜਾ ਹੈ ਉਹ ਮਰਿਆ ਹੋਇਆ ਨਹੀਂ ਕਹਿਣਾ ਚਾਹੀਦਾ। ਉਹ ਤੇ ਇੰਜ ਹੁੰਦੇ ਹਨ ਜਿਵੇਂ ਕਿ ਮੰਨ ਲਵੋ ਉਹ ਸ਼ਬਦ ਦਾ ਹੀ ਰੂਪ ਹੋਵੇ। ਜਿੰਨੇ ਵੀ ਭਗਤ ਆ ਉਹ ਕੀ ਕਰਦੇ ਆ? ਹੁਣ ਅਗਰ ਅਸੀਂ ਗੱਲ ਕਰੀਏ ਭਗਤ ਕਬੀਰ ਜੀ ਦੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਭਗਤ ਰਵਿਦਾਸ ਜੀ ਦੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਕੀ ਇਹ ਮਰ ਗਏ? ਕੀ ਇਹ ਦੁਨੀਆ ਤੋਂ ਚਲੇ ਗਏ? ਨਹੀਂ, ਇਹ ਸ਼ਬਦ ਰੂਪ ਵਿੱਚ ਹਮੇਸ਼ਾ ਲਈ ਅਮਰ ਹੋ ਗਏ। ਇਸੇ ਤਰੀਕੇ ਨਾਲ ਜੋ ਵੀ ਨਾਮ ਜਪਦਾ, ਜੋ ਵੀ ਭਗਤ ਜਨ ਹੁੰਦੇ ਆ, ਉਹ ਮਰਦੇ ਨਹੀਂ ਕਦੇ ਵੀ, ਉਹ ਹਮੇਸ਼ਾ ਲਈ ਅਮਰ ਰਹਿੰਦੇ ਆ, ਇਸ ਲਈ ਉਹ ਮਰਦੇ ਨਹੀਂ ਕਦੇ ਵੀ। ਤਿੱਥੈ ਭਗਤ ਵਸਹਿ ਕੇ ਲੋ, ਅਜਿਹੀ ਆਤਮਕ ਅਵਸਥਾ ਵਿੱਚ ਇਹ ਨਹੀਂ ਕੋਈ ਇੱਕ ਜਾਤ ਦਾ, ਇੱਕ ਵਰਨ ਦਾ ਕੋਈ ਭਗਤ ਵਸਦਾ ਹੈ, ਨਹੀਂ। ਅਜਿਹੀ ਅਵਸਥਾ ਵਿੱਚ ਭਗਤ ਵਸਹਿ, ਭਗਤ ਵਸਦੇ ਹਨ ਕੇ ਲੋ, ਕਈ ਥਾਵਾਂ ਦੇ ਭਗਤ ਵਸਦੇ ਆ। ਹਰ ਜੁਗ ਜੁਗ ਭਗਤ ਉਪਾਇਆ, ਜਿਵੇਂ ਕਿ ਅਸੀਂ ਪ੍ਰਮਾਣ ਲੈ ਸਕਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ ਕਿ ਜੁਗਾ ਜੁਗਾ ਵਿੱਚ ਭਗਤ ਹੋਏ ਆ। ਇਹ ਨਹੀਂ ਕਿ ਅੱਜ ਹੋ ਰਿਹਾ ਜਾਂ ਕੱਲ ਨਹੀਂ ਹੋਏਗਾ, ਅੱਜ ਕੱਲ ਜੁਗ ਹੈ ਤੇ ਨਹੀਂ ਹੋ ਸਕਦਾ, ਨਹੀਂ। ਅਜਿਹੀ ਅਵਸਥਾ ਵਿੱਚ ਕਈ ਲੋਆਂ ਦੇ, ਕਈ ਭਵਨਾਂ ਦੇ ਜਿਹੜੇ ਭਗਤ ਆ ਉਹ ਵਸਦੇ ਆ। ਕਰਹਿ ਆਨੰਦ ਸੱਚਾ ਮਨ ਸੋਏ, ਆਨੰਦ ਕਰਦੇ ਆ, ਆਨੰਦ ਨੂੰ ਮਹਿਸੂਸ ਕਰਦੇ ਆ, ਆਨੰਦ ਵਿੱਚ ਜ਼ਿੰਦਗੀ ਬਤੀਤ ਕਰਦੇ ਆ। ਆਨੰਦ ਅਜਿਹੀ ਅਵਸਥਾ ਜਿਹਦੇ ਵਿੱਚ ਹੁਣ ਸੁੱਖ ਦੁੱਖ ਤੋਂ ਜਿਹੜੀ ਸੁਰਤ ਹੈ ਉਹ ਉੱਪਰ ਉੱਠ ਗਈ ਹੈ। ਉਹ ਹਮੇਸ਼ਾ ਤੇ ਹਮੇਸ਼ਾ ਖਿੜਾਵ ਵਿੱਚ ਰਹਿੰਦਾ, ਦੁੱਖ ਵਿੱਚ ਦੁਖੀ ਨਹੀਂ ਹੁੰਦਾ, ਸੁੱਖ ਵਿੱਚ ਬਹੁਤਾ ਸੁਖੀ ਨਹੀਂ ਹੋ ਜਾਂਦਾ। ਭਾਵ ਉਹ ਹੁਣ ਜਿਹੜਾ ਹੈ ਇੱਕੋ ਜਿਹਾ ਰਹਿਣਾ ਹੈ, ਉਹਦੀ ਜਿਹੜੀ ਅਵਸਥਾ ਇੱਕੋ ਜਿਹੀ ਬਣ ਜਾਂਦੀ ਹੈ। ਅੰਦਰੋਂ ਉਹਨੂੰ ਇੱਕੋ ਜਿਹੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਕਿਉਂਕਿ ਉਹ ਆਨੰਦ ਦਾ ਜਿਹੜਾ ਹੈ ਨਾਮ ਜਪਿਆ ਉਹਨੇ, ਆਨੰਦ ਦੀ ਉਹਨੇ ਆਰਾਧਨਾ ਕੀਤੀ, ਇਸ ਲਈ ਉਹ ਆਪ ਆਨੰਦ ਦਾ ਰੂਪ ਹੋ ਕੇ ਜੀ ਰਿਹਾ ਹੈ ਤੇ ਇਸ ਲਈ ਉਹ ਵੀ ਆਨੰਦ ਹੀ ਮਾਣਦਾ ਹੈ। ਕਰੈ ਆਨੰਦ ਸੱਚਾ ਮਨ ਸੋਏ, ਸੱਚਾ ਮਨ ਸੋਏ ਭਾਵ ਸੱਚਾ ਉਹ ਅਕਾਲ ਪੁਰਖ, ਮਨ ਸੋਏ, ਸੋਏ ਭਾਵ ਉਹਨਾਂ ਦੇ ਮਨ ਵਿੱਚ ਇਹ ਸੱਚਾ ਅਕਾਲ ਪੁਰਖ ਜਿਹੜਾ ਹੈ ਉਹ ਆਪ ਵਸਦਾ ਹੈ, ਇਸ ਲਈ ਉਹ ਕਰੈ ਆਨੰਦ ਕਰਦੇ ਹਨ, ਕਿਉਂਕਿ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਵਸਦਾ ਹੈ। ਸੱਚਾ ਮਨ ਸੋਏ। ਹੁਣ ਇੱਥੇ ਤੱਕ ਗੱਲ ਕੀਤੀ ਗਈ ਕਰਮ ਖੰਡ ਦੀ। ਹੁਣ ਜਿਹੜਾ ਅਗਲਾ ਖੰਡ ਹੈ ਸੱਚਖੰਡ, ਹੁਣ ਇਹਦੀ ਗੱਲ ਸ਼ੁਰੂ ਕਰਦੇ ਹੋਏ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਵਿੱਚ ਨਿਰੰਕਾਰ ਜਿਹੜਾ ਹੈ ਵਸੈ, ਆਪ ਹੀ ਵਸਦਾ ਹੈ। ਨਿਰੰਕਾਰ ਭਾਵ ਜਿਹਦਾ ਕੋਈ ਆਕਾਰ ਨਹੀਂ ਹੈ, ਅਜਿਹਾ ਪਰਮਾਤਮਾ ਉਹ ਆਪ ਹੀ ਅਜਿਹੀ ਅਵਸਥਾ ਵਿੱਚ ਜਿਹੜਾ ਹੈ ਉਹ ਵਸਦਾ ਹੈ। ਜੋ ਇਹ ਅਵਸਥਾ ਨੂੰ ਹਾਸਲ ਕਰ ਲੈਂਦੇ ਨੇ ਸੱਚਖੰਡ ਦੀ, ਇਸ ਅਵਸਥਾ ਵਿੱਚ ਪਰਮਾਤਮਾ ਜਿਹੜਾ ਹੈ ਉਹ ਆਪ ਵਸਦਾ ਹੈ। ਯਾਨੀ ਕਿ ਕਹਿ ਸਕਦੇ ਹਾਂ ਕਿ ਉਹ ਆਪ ਹੀ ਪਰਮਾਤਮਾ ਦਾ ਜਿਹੜਾ ਹੈ ਉਹ ਰੂਪ ਹੋ ਜਾਂਦੇ ਆ। ਕਰ ਕਰ ਵੇਖੈ ਨਦਰ ਨਿਹਾਲ, ਕਰ ਕਰਕੇ ਸ੍ਰਿਸ਼ਟੀ ਦੀ ਰਚਨਾ ਕਰ ਕਰਕੇ ਬਣਾ ਕੇ ਵੇਖੈ ਭਾਵ ਸੰਭਾਲ ਕਰ ਰਿਹਾ ਹੈ। ਇਹ ਪਤਾ ਲੱਗਦਾ ਹੈ ਪਹਿਲੇ ਜੋ ਪੜਿਆ ਸੀਗਾ, ਜੋ ਪਹਿਲੇ ਗੱਲਾਂ ਆਈਆਂ ਸੀਗੀਆਂ ਉਹ ਸੀਗੀਆਂ ਕਿ ਦੱਸਿਆ ਗਿਆ ਸੀਗਾ ਕਿ ਕੁਦਰਤ ਵਿੱਚ ਐਵੇਂ ਹੁੰਦਾ, ਕੁਦਰਤ ਵਿੱਚ ਉਵੇਂ ਹੁੰਦਾ, ਪਰ ਇੱਥੇ ਹੁਣ ਦੱਸਿਆ ਜਾ ਰਿਹਾ ਹੈ ਕਿ ਕੀ ਅਚੀਵਮੈਂਟਸ ਹੋ ਜਾਂਦੀ ਹੈ। ਇਹ ਉਹ ਹੈ ਕਿ ਕੀ ਹਾਸਲ ਹੋ ਗਿਆ, ਕੀ ਪ੍ਰਾਪਤ ਹੋ ਗਿਆ। ਇਹ ਅਵਸਥਾ ਵਿੱਚ ਇਹ ਸਭ ਪ੍ਰਾਪਤੀਆਂ ਹੋ ਰਹੀਆਂ ਨੇ ਕਿ ਹੁਣ ਪਤਾ ਲੱਗ ਰਿਹਾ ਹੈ ਕਿ ਪਰਮਾਤਮਾ ਹੀ ਹੈ ਜੋ ਕਰ ਕਰਕੇ ਵੇਖ ਰਿਹਾ, ਭਾਵ ਇਹ ਦੁਨੀਆ ਨੂੰ ਬਣਾ ਕੇ ਸਾਂਭ ਰਿਹਾ ਹੈ। ਨਦਰ ਨਿਹਾਲ, ਆਪਣੀ ਨਦਰ ਦੇ ਨਾਲ ਨਿਹਾਲ ਕਰ ਰਿਹਾ, ਸਭ ਨੂੰ ਨਿਹਾਲ ਕਰ ਰਿਹਾ। ਉਹਦੀ ਜਿਹੜੀ ਦ੍ਰਿਸ਼ਟੀ ਹੈ, ਉਹਦੀ ਜਿਹੜੀ ਸ਼ੁਭ ਦ੍ਰਿਸ਼ਟ ਹੈ, ਯਾਨੀ ਕਿ ਨਜ਼ਰ ਜਿਹੜੀ ਹੈ ਉਹ ਹਰ ਇੱਕ ਤੇ ਇੱਕੋ ਜਿਹੀ ਪੈ ਰਹੀ ਹੈ। ਜਿਵੇਂ ਕਿ ਐਗਜ਼ਾਮਪਲ ਕਹਿ ਸਕਦੇ ਹਾਂ ਕਿ ਅਗਰ ਸੂਰਜ ਹੈ, ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹ ਹੁਣ ਇਹ ਨਹੀਂ ਕਹਿੰਦਾ ਕਿ ਮੈਂ ਇਹਨੂੰ ਰੋਸ਼ਨੀ ਦੇਵਾਂਗਾ, ਇਹਨੂੰ ਨਹੀਂ ਦੇਵਾਂਗਾ। ਹੁਣ ਕੋਈ ਆਪਣਾ ਕਮਰਾ ਬੰਦ ਕਰਕੇ ਬੈਠ ਜਾਏ ਤੇ ਕਹੇ ਜੀ ਮੇਰੇ ਕੋਲ ਤੇ ਸੂਰਜ ਦੀ ਰੋਸ਼ਨੀ ਨਹੀਂ ਆ ਰਹੀ, ਹੁਣ ਇਹਦੇ ਵਿੱਚ ਉਹਨੇ ਆਪਣਾ ਕਮਰਾ ਬੰਦ ਕੀਤਾ ਹੈ, ਯਾਨੀ ਕਿ ਉਹਨੇ ਫੈਸਲਾ ਆਪਣਾ ਲਿਆ ਹੈ ਕਿ ਉਹ ਰੋਸ਼ਨੀ ਲੈਣਾ ਹੀ ਨਹੀਂ ਚਾਹੁੰਦਾ। ਇਸੇ ਤਰੀਕੇ ਦੇ ਨਾਲ ਜਿਹੜਾ ਮਨਮੁਖ ਹੁੰਦਾ ਹੈ ਉਹ ਸਿਰਫ ਤੇ ਸਿਰਫ ਆਪਣੇ ਮਨ ਨੂੰ ਫੋਲੋ ਕਰਦੇ ਵਿਕਾਰਾਂ ਵਿੱਚ ਡੁੱਬਦੇ ਅਜਿਹਾ ਡੁੱਬ ਜਾਂਦਾ ਹੈ, ਫਿਰ ਉਹਦੇ ਤੇ ਜਿਹੜਾ ਉਹ ਨਜ਼ਰ ਦਾ ਪਾਤਰ ਉਹ ਨਹੀਂ ਬਣ ਪਾਉਂਦਾ, ਇਸ ਲਈ ਉਹਨੂੰ ਨਜ਼ਰ ਨਹੀਂ ਮਿਲ ਪਾਉਂਦੀ। ਨਜ਼ਰ ਜਿਵੇਂ ਕਿ ਦੱਸਿਆ ਗਿਆ ਕਿ ਇਹ ਸਾਰੀਆਂ ਅਵਸਥਾਵਾਂ ਦੱਸੀਆਂ ਜਾ ਰਹੀਆਂ, ਜਿਹੜਾ ਸਾਨੂੰ ਸ਼ੁਰੂ ਤੋਂ ਦੱਸਿਆ ਇਹ ਹੁਣ 5ਵਾਂ ਖੰਡ ਹੈ। ਜਦ 4 ਖੰਡ ਤੋਂ ਬੰਦਾ ਜਿਹੜਾ ਉਹ ਸਾਰੀਆਂ ਅਵਸਥਾ ਨੂੰ ਹਾਸਲ ਕਰਦਾ ਹੈ,
ਫਿਰ ਉਸ ਨੂੰ ਇਹ ਅਵਸਥਾ ਹਾਸਿਲ ਹੁੰਦੀ, ਫਿਰ ਉਸ ਨੂੰ ਸਮਝ ਆਉਂਦੀ ਹੈ ਕਿ ਜੋ ਨਦਰ ਹੈ ਉਹ ਤੇ ਹਰ ਜਗ੍ਹਾ ਹੀ ਹੈ ਤੇ ਉਹ ਜੋ ਸੰਭਾਲ ਹੈ ਹਰ ਜਗ੍ਹਾ ਕਰ ਰਿਹਾ ਹੈ। ਫਿਰ ਉਹਨੂੰ ਇਹ ਗੱਲ ਦੀ ਪ੍ਰੈਕਟੀਕਲ ਸੋਝੀ ਜਿਹੜੀ ਹੈ ਉਹ ਮਿਲ ਜਾਂਦੀ ਹੈ। ਤਿੱਥੈ ਖੰਡ ਮੰਡਲ ਵਰਪੰਡ, ਤਿੱਥੈ ਅਜਿਹੀ ਅਵਸਥਾ ਵਿੱਚ ਸਮਝ ਆ ਜਾਂਦੀ ਹੈ ਕਿ ਹਰ ਇੱਕ ਖੰਡ ਵਿੱਚ, ਮੰਡਲ ਵਿੱਚ, ਬ੍ਰਹਿਮੰਡ ਵਿੱਚ ਸਿਰਫ ਤੇ ਸਿਰਫ ਉਹ ਆਪ ਜਿਹੜਾ ਹੈ ਉਹ ਪਰਮਾਤਮਾ ਵਸ ਰਿਹਾ ਹੈ। ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ, ਭਾਵ ਅਗਰ ਅਜਿਹੀ ਅਵਸਥਾ ਨੂੰ ਕੋਈ ਦੱਸਣ ਦਾ ਯਤਨ ਕਰੇ ਤੇ ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਜੇ ਕੋ ਕਥਾ, ਜੇ ਕੋਈ ਦੱਸਣ ਦੀ ਕੋਸ਼ਿਸ਼ ਕਰੇ ਤਾਂ ਅੰਤ ਨਾ ਅੰਤ, ਅਜਿਹੀ ਅਵਸਥਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਿੱਥੈ ਲੋ ਲੋ ਆਕਾਰ, ਤਿੱਥੈ ਅਜਿਹੀ ਅਵਸਥਾ ਵਿੱਚ ਲੋ ਲੋ ਯਾਨੀ ਕਿ ਕਈ ਥਾਵਾਂ, ਇਹ ਨਹੀਂ ਕਿ ਇੱਕ ਥਾਂ, ਕਈ ਲੋਕ ਜਿਹੜੇ ਆ ਉਹਦੀ ਗੱਲ ਸਮਝ ਆਉਂਦੀ ਹੈ। ਆਕਾਰ ਭਾਵ ਜਿਵੇਂ ਪੜ੍ਹਿਆ ਸੀ ਹੁਕਮੀ ਹੋਣ ਆਕਾਰ, ਯਾਨੀ ਕਿ ਕਈ ਤਰੀਕੇ ਦੀ ਜਿਹੜੀ ਦੁਨੀਆ ਉਹਦੇ ਬਾਰੇ ਪਤਾ ਲੱਗਦਾ ਹੈ ਕਿ ਹਾਂ, ਕਿ ਇਹ ਨਹੀਂ ਕਿ ਸਿਰਫ ਜਿੱਥੇ ਮੈਂ ਰਹਿ ਰਿਹਾ, ਜੋ ਜਿੰਨਾ ਮੈਨੂੰ ਨਜ਼ਰ ਆ ਰਿਹਾ ਉਹੀ ਹੈ, ਨਹੀਂ। ਇਸ ਅਜਿਹੀ ਅਧਿਆਤਮਕ ਅਵਸਥਾ ਵਿੱਚ ਜਿੱਥੇ ਬੰਦਾ ਇਸ ਪੰਜਵੇਂ ਖੰਡ ਵਿੱਚ ਹੈ, ਸੱਚਖੰਡ ਵਿੱਚ ਹੈ, ਉਹਨੂੰ ਬਿਲਕੁਲ ਸਮਝ ਆਉਂਦੀ ਹੈ ਕਿ ਕਈ ਥਾਵਾਂ ਨੇ, ਇਸ ਤੋਂ ਇਲਾਵਾ ਵੀ ਕਈ ਥਾਵਾਂ ਨੇ ਤੇ ਕਈ ਹੋਰ ਵੀ ਦੁਨੀਆਵਾਂ ਨੇ ਤੇ ਉਹਦੇ ਵਿੱਚ ਕਈ ਤਰੀਕੇ ਦੇ ਹੋਰ ਵੀ ਜੀ ਆਕਾਰ ਹਨ, ਕਿ ਕੋਈ ਹੋਰ ਵੀ ਦੁਨੀਆ ਜਿਹੜੀ ਹੈ ਉਹ ਹੈ। ਜੀਵ ਜੀਵ ਹੁਕਮ ਤਿਵੈ ਤਿਵਕਾਰ, ਤੇ ਨਾਲ ਨਾਲ ਇਹ ਵੀ ਗੱਲ ਸਮਝ ਆਉਂਦੀ ਕਿ ਜਿਵੇਂ ਜਿਵੇਂ ਉਸ ਅਕਾਲ ਪੁਰਖ ਦਾ ਹੁਕਮ ਹੋ ਰਿਹਾ ਤਿਵੈ ਤਿਵਕਾਰ, ਉਵੇਂ ਹੀ ਉਹ ਇਹ ਕਾਰ ਭਾਵ ਜਿਹੜੀ ਹੈ ਉਹ ਸ੍ਰਿਸ਼ਟੀ ਦੀ ਜਿਹੜੀ ਹੈ ਉਹ ਸੰਭਾਲ ਕਰ ਰਿਹਾ ਹੈ। ਇਹ ਕੰਮ ਜਿਹੜਾ ਹੈ ਉਹ ਕਰ ਰਿਹਾ ਆਪਣਾ। ਉਹ ਕਿਵੇਂ ਕਰ ਰਿਹਾ? ਜਿਵੇਂ ਜਿਵੇਂ ਉਸ ਅਕਾਲ ਪੁਰਖ ਦਾ ਜਿਹੜਾ ਹੈ ਹੁਕਮ ਹੋ ਰਿਹਾ ਹੈ। ਹੁਕਮ ਜਿਵੇਂ ਕਿ ਅਸੀਂ ਪਹਿਲੇ ਵੀ ਪੜ੍ਹਿਆ ਸੀਗਾ ਕਿ ਹੁਕਮ ਭਾਵ ਜਿਹੜਾ ਹੈ ਨਿਯਮ ਉਹਨੇ ਬਣਾਇਆ, ਉਹ ਨਿਯਮ ਜਿਹੜਾ ਹੈ ਉਹਨੇ ਅਜਿਹਾ ਬਣਾ ਦਿੱਤਾ, ਹੁਣ ਬਸ ਉਹ ਨਿਯਮ ਹੀ ਹੈ ਜਿਹੜਾ ਸਭ ਕੁਝ ਜਿਹੜਾ ਹੈ ਉਹ ਚਲਾ ਰਿਹਾ, ਉਹਦਾ ਪਰਮਾਤਮਾ ਦਾ ਨਿਯਮ। ਜਿਵ ਜਿਵ ਹੁਕਮ, ਜਿਵੇਂ ਜਿਵੇਂ ਉਸ ਪਰਮਾਤਮਾ ਦਾ ਜਿਹੜਾ ਹੁਕਮ ਹੈ ਤਿਵੇਂ ਤਿਵਕਾਰ, ਤਿਵੇਂ ਹੀ ਜਿਹੜੀ ਹੈ ਇਹ ਸੰਭਾਲਣਾ ਹੋ ਰਹੀ ਹੈ, ਇਹ ਸ੍ਰਿਸ਼ਟੀ ਨੂੰ ਚਲਾਇਆ ਜਾ ਰਿਹਾ ਹੈ। ਤੇ ਅਜਿਹੀ ਅਵਸਥਾ ਵੇਖ ਕੇ, ਅਜਿਹੀ ਦੁਨੀਆ ਵੇਖ ਕੇ ਵੇਖੈ ਵਿਕਸੈ ਕਰ ਵਿਚਾਰ, ਵੇਖਦਾ ਹੈ ਭਾਵ ਸੰਭਾਲ ਕਰਦਾ ਹੈ ਅਕਾਲ ਪੁਰਖ, ਵਿਕਸੈ ਭਾਵ ਹਮੇਸ਼ਾ ਖਿੜਾਅ ਵਿੱਚ ਰਹਿੰਦਾ ਹੈ, ਕਰ ਵਿਚਾਰ ਵਿਚਾਰ ਕਰ ਕਰਕੇ, ਵਿਚਾਰ ਕਰ ਕਰਕੇ ਜੋ ਇਹ ਦੁਨੀਆ ਨੂੰ ਵੇਖ ਰਿਹਾ ਹੈ। ਤੇ ਇਹ ਦੁਨੀਆ ਜਿਹੜੀ ਹੈ ਕਿਉਂਕਿ ਹੁਕਮ ਦੇ ਹਿਸਾਬ ਨਾਲ ਬਿਲਕੁਲ ਚੱਲ ਰਹੀ ਹੈ, ਕਹਿਣ ਤੋਂ ਭਾਵ ਉਹਦੇ ਨਿਯਮ ਵਿੱਚ ਹੀ ਹੈ। ਅਗਰ ਕਹਿ ਸਕਦੇ ਹਾਂ ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਤੇ ਅਗਰ ਹੁਕਮ ਵਿੱਚ ਹੀ ਕਿਸੇ ਨੂੰ ਬਖਸ਼ੀਸ਼ ਪ੍ਰਾਪਤ ਹੋ ਰਹੀ ਹੈ, ਕਿਉਂਕਿ ਉਹਨੇ ਉਹ ਬਖਸ਼ੀਸ਼ ਦਾ ਪਾਤਰ ਬਣਿਆ। ਤੇ ਇੱਕ ਹੁਕਮੀ ਸਦਾ ਭਵਾਈ ਹੈ ਕਿਉਂਕਿ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਬਾਰ-ਬਾਰ ਜਿਹੜਾ ਹੈ ਭਟਕਣਾ ਪੈ ਰਿਹਾ। ਕਾਰਨ ਕਿਉਂਕਿ ਉਹਨੇ ਹੁਕਮ ਦੀ ਜਿਹੜੀ ਹੈ ਤਰੀਕੇ ਦੇ ਨਾਲ ਪਾਲਣਾ ਨਹੀਂ ਕੀਤੀ। ਤੇ ਅਜਿਹੀ ਜਿਹੜੀ ਸਾਰੀ ਸ੍ਰਿਸ਼ਟੀ ਦੇਖ ਕੇ, ਅਜਿਹੇ ਨਿਯਮ ਵੇਖ ਕੇ ਜੋ ਪਰਮਾਤਮਾ ਹੈ ਉਹ ਹਮੇਸ਼ਾ ਹੀ ਵਿਕਸੈ, ਵੇਖਿਆ ਵਿਕਸੈ, ਵੇਖ ਕੇ ਵਿਕਸਦਾ ਹੈ ਭਾਵ ਖਿੜਾਅ ਵਿੱਚ ਹੀ ਰਹਿੰਦਾ ਹੈ। ਉਹ ਆਨੰਦ ਸਰੂਪ ਪਰਮਾਤਮਾ ਹੈ ਤੇ ਇਸ ਨੂੰ ਵਿਚਾਰ ਕਰ ਕਰਕੇ, ਕਰ ਵਿਚਾਰ ਵੇਖ ਵੇਖ ਕੇ ਹਮੇਸ਼ਾ ਤੇ ਹਮੇਸ਼ਾ ਖਿੜਾਅ ਵਿੱਚ ਹੀ ਰਹਿੰਦਾ ਹੈ। ਨਾਨਕ ਕਥਨਾ ਕਰਨਾ ਸਾਰ, ਨਾਨਕ ਹੈ ਨਾਨਕ ਕਥਨਾ ਦੱਸਣਾ ਬਿਆਨ ਕਰਨਾ, ਕਰੜਾ, ਕਰੜਾ ਭਾਵ ਬਹੁਤ ਹੀ ਔਖਾ, ਕਰੜਾ ਸਾਰ ਭਾਵ ਸਾਰ ਜਿਵੇਂ ਅਸੀਂ ਪੜ੍ਹਿਆ ਸੀਗਾ ਅਸੰਖ ਸੂਰ ਮੂੰਹ ਭਖ ਸਾਰ, ਉੱਥੇ ਵੀ ਸਾਰ ਆਇਆ ਸੀਗਾ। ਸਾਰ ਦਾ ਅਰਥ ਹੈ ਲੋਹਾ। ਸਾਰ ਦਾ ਹੋਰ ਵੀ ਅਰਥ ਹੁੰਦੇ ਆ ਕਿ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ, ਪਰ ਇੱਥੇ ਜੋ ਆਇਆ ਹੈ ਐਗਜ਼ਾਮਪਲ ਦੇ ਤੌਰ ਤੇ ਆਇਆ ਹੈ ਕਰੜਾ ਸਾਰ, ਕਿ ਇਸ ਅਵਸਥਾ ਨੂੰ ਬਿਆਨ ਕਰਨਾ, ਕਥਨਾ ਯਾਨੀ ਕਿ ਬਿਆਨ ਕਰਨਾ, ਕਰੜਾ ਸਾਰ ਬਹੁਤ ਹੀ ਸਖਤ ਲੋਹਾ ਕਹਿ ਸਕਦੇ ਹਾਂ, ਲੋਹੇ ਵਾਂਗੂ ਹੈ। ਜਿਵੇਂ ਕਹਿੰਦੇ ਆ ਕਿ ਲੋਹੇ ਦੇ ਚਨੇ ਚਬਾਉਣਾ, ਤੇ ਲੋਹੇ ਦੇ ਚਨੇ ਚਬਾਉਣ ਵਾਂਗੂ ਹੈ। ਅਜਿਹੀ ਅਵਸਥਾਵਾਂ ਨੂੰ ਬਿਆਨ ਕਰਨਾ, ਅਜਿਹੇ ਖੰਡ ਨੂੰ ਬਿਆਨ ਕਰਨਾ ਜੋ ਗੁਰੂ ਸਾਹਿਬ ਨੇ ਦੱਸਿਆ ਹੈ, ਉਹ ਸੱਚ ਵਿੱਚ ਲੋਹੇ ਦੇ ਚਨੇ
ਜ਼ੁਬਾਨ ਦੇ ਬਰਾਬਰ ਹੈ। ਤੇ ਇਹ ਜੋ ਦੋ ਖੰਡ ਦੀ ਗੱਲ ਕੀਤੀ ਗਈ ਹੈ, ਕਰਮ ਖੰਡ ਤੇ ਸੱਚਖੰਡ, ਪਰ ਹੁਣ ਇਹਦੇ ਵਿੱਚ ਪਹੁੰਚਦੇ ਕੌਣ ਹੈ? ਹੁਣ ਸਾਨੂੰ ਸਾਰੀ ਗੱਲ ਪ੍ਰੈਕਟੀਕਲ ਸਮਝ ਆਈ ਕਿ ਸਿਰਫ ਗੱਲੀਆਂ ਦੇ ਨਾਲ, ਜਿਵੇਂ ਗੱਲਾਂ ਸਿਰਫ ਅਸੀਂ ਕਰ ਰਹੇ ਹਾਂ ਤੇ ਸੋਚ ਰਹੇ ਹਾਂ ਕਿ ਗੱਲਾਂ ਦੇ ਨਾਲ ਹੀ ਅਸੀਂ ਪਹੁੰਚ ਜਾਵਾਂਗੇ। ਤੇ ਗੁਰੂ ਸਾਹਿਬ ਕਹਿੰਦੇ ਇੱਕ ਫਿਰੇ ਘਨੇਰੇ ਕਰਾਂ ਗੱਲਾਂ ਗੱਲੀ ਕਿਨੇ ਨਾ ਪਾਇਆ, ਕਿ ਅਜਿਹੇ ਇੱਕ ਜਾਂ ਦੋ ਨਹੀਂ ਹੈ, ਘਨੇਰੇ ਬਥੇਰੇ ਹੀ ਆ, ਬਥੇਰੇ ਹੀ ਤੁਰੇ ਫਿਰਦੇ ਆ ਤੇ ਗੱਲਾਂ ਹੀ ਕਰੀ ਜਾ ਰਹੇ ਆ, ਪਰ ਗੱਲੀ ਕਿਨੇ ਨਾ ਪਾਇਆ। ਸਿਰਫ ਗੱਲਾਂ ਦੇ ਨਾਲ ਕਿਸੇ ਨੇ ਨਹੀਂ ਪਾਇਆ। ਕਮਾਉਣਾ ਪਏਗਾ। ਮਨ ਬਚ ਕਰਮ ਪ੍ਰਭ ਆਪਣਾ ਧਿਆਈ, ਧਿਆਣਾ ਪਏਗਾ, ਜਪਣਾ ਪਏਗਾ। ਅਸੀਂ ਕਹਿੰਦੇ ਹਾਂ ਸੁੱਖ ਨਹੀਂ ਮਿਲ ਰਿਹਾ, ਕੀ ਕਰੀਏ? ਪੜ੍ਹਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ, ਪੜ੍ਹ ਰਹੇ ਹਾਂ ਕਿ ਸਿਮਰਨ ਦੇ ਨਾਲ ਜਿਹੜਾ ਹੈ, ਸਿਮਰ ਕੇ ਪਰਮਾਤਮਾ ਨੂੰ ਸੁੱਖ ਮਿਲੇਗਾ। ਕਹਿੰਦੇ ਸਾਡੇ ਕਲ ਕਲੇਸ਼ ਬੜੇ ਆ। ਗੁਰੂ ਸਾਹਿਬ ਕਹਿੰਦੇ ਕਲ ਕਲੇਸ਼ ਤਨ ਮਾਹੇ ਮਿਟਾਓ। ਸਾਡੇ ਘਰ ਕਲ ਕਲੇਸ਼ ਨਹੀਂ ਮਿਟਦਾ, ਗੁਰੂ ਸਾਹਿਬ ਕਹਿੰਦੇ ਮਿਟ ਜਾਏਗਾ। ਸਿਮਰ ਤੇ ਸਹੀ, ਵਿਸ਼ਵਾਸ ਤੇ ਰੱਖ। ਇਸ ਦੁਨੀਆ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਨਾ, ਉਹ ਵਿਸ਼ਵਾਸ ਹੈ। ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਪਹਿਲੇ ਵਿਸ਼ਵਾਸ ਕਰਨਾ ਪਏਗਾ, ਔਰ ਤੁਹਾਡਾ ਜਿਹੜਾ ਵਿਸ਼ਵਾਸ ਹੈ ਉਹ ਬਿਲਕੁਲ 100% ਹੋਣਾ ਚਾਹੀਦਾ ਹੈ, ਕੱਚਾ ਨਹੀਂ ਹੋਣਾ ਚਾਹੀਦਾ। ਔਰ ਇਹ ਵੀ ਗੱਲ ਬਿਲਕੁਲ ਸੱਚ ਹੈ ਕਿ ਜਦ ਤੱਕ ਕੁਝ ਮਹਿਸੂਸ ਨਹੀਂ ਹੁੰਦਾ ਤਦ ਤੱਕ ਉਹ ਵਿਸ਼ਵਾਸ ਜਿਹੜਾ ਹੈ ਉਹ 100% ਹੁੰਦਾ ਹੀ ਨਹੀਂ। ਪਰ ਕੋਸ਼ਿਸ਼ ਕਰਦਾ ਹੈ ਮਨੁੱਖ, ਜਦ ਨਾਮ ਜਪਦਾ ਹੈ, ਅੰਦਰ ਅੰਦਰ ਉਹਦਾ ਜਿਹੜਾ ਆਪਣੇ ਆਪ 'ਚ ਗੱਲ ਕਰ ਰਿਹਾ ਹੁੰਦਾ ਕਿ ਨਾਮ ਜਪ ਰਹੇ ਹੋ, ਵਾਹਿਗੁਰੂ ਕਹਿੰਦੇ ਕੀ ਹੋਏਗਾ? ਵਾਹਿਗੁਰੂ ਸਾਰੇ ਕਹਿ ਰਹੇ ਵਾਹਿਗੁਰੂ, ਸੱਚ ਵਿੱਚ ਕੁਝ ਹੋਏਗਾ? ਮੈਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕੀ ਹੋਏਗਾ? ਮੈਂ ਜਾਪ ਸਾਹਿਬ ਪੜ੍ਹ ਰਿਹਾ, ਕੀ ਹੋਏਗਾ? ਪਰ ਜਦ ਉਸ ਨੂੰ ਪ੍ਰੈਕਟੀਕਲ ਚਲਦੇ ਜਦ ਅਨੁਭਵ ਹੋਣ ਲੱਗ ਜਾਂਦਾ ਹੈ, ਅੰਦਰ ਹੀ ਅੰਦਰ ਜਿਹੜੀ ਹੈ ਉਹਦੀ ਜਿਹੜੀ ਅਵਸਥਾ ਹੈ ਉਹ ਬਦਲਣ ਲੱਗ ਜਾਂਦੀ ਹੈ। ਉਹਦਾ ਜਿਹੜਾ ਬਿਹੇਵੀਅਰ ਹੈ, ਉਹਦਾ ਜਿਹੜਾ ਆਚਰਣ ਹੈ ਉਹ ਬਦਲਣ ਲੱਗ ਜਾਂਦਾ ਹੈ। ਤੇ ਫਿਰ ਉਹ ਧੀਰੇ ਧੀਰੇ ਹੋਰ ਜਿਹੜਾ ਉਹਦਾ ਵਿਸ਼ਵਾਸ ਹੈ ਉਹ ਪੱਕਾ ਹੋਣ ਲੱਗ ਜਾਂਦਾ ਹੈ। ਇਸੇ ਤਰੀਕੇ ਨਾਲ, ਕਿਉਂਕਿ ਇਹ ਜੋ ਕੀ ਹੈ, ਇਹ ਸਾਰੀਆਂ ਪੌੜੀਆਂ ਨੇ। ਇਹ ਤਰਾਹੇ ਪਤ ਪਵੜੀਆਂ ਚੜ੍ਹੀਏ ਹੋਏ ਕੀ, ਚੜ੍ਹਨਾ ਪਏਗਾ ਪੌੜੀਆਂ ਨੂੰ। ਇਹ ਸਾਰੀਆਂ ਪੌੜੀਆਂ ਨੇ ਤੇ ਧੀਰੇ ਧੀਰੇ ਚੜ੍ਹ ਕੇ ਹੀ ਪਹੁੰਚਿਆ ਜਾ ਸਕਦਾ ਹੈ। ਪਰ ਗੱਲ ਸ਼ੁਰੂਆਤ ਹੁੰਦੀ ਹੈ ਵਿਸ਼ਵਾਸ ਤੋਂ। ਅਗਰ ਵਿਸ਼ਵਾਸ ਹੈ ਤੇ ਸਭ ਕੁਝ ਹੈ, ਵਿਸ਼ਵਾਸ ਨਹੀਂ ਤੇ ਕੁਝ ਨਹੀਂ। ਤੇ ਕਰਦੇ ਫਿਰ ਸੱਚਖੰਡ, ਯਾਨੀ ਕਿ ਜੋ ਮਾਰਗ ਅਸੀਂ ਜਿੱਥੇ ਤੁਰੇ ਸੀਗੇ ਕਿ ਸੱਚਖੰਡ ਵਸੈ ਨਿਰੰਕਾਰ, ਯਾਨੀ ਜੋ ਅਸੀਂ ਪਹਿਲੀ ਪੌੜੀ ਵਿੱਚ ਵਿਚਾਰ ਕੀਤੀ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਰ। ਤੇ ਅਸੀਂ ਕਿਵੇਂ ਸਚਿਆਰ ਯਾਨੀ ਕਿ ਸੱਚ ਦਾ ਸਰੂਪ ਹੋ ਸਕਦੇ ਹਾਂ, ਜਦਕਿ ਅਸੀਂ ਆਲਰੇਡੀ ਹਾਂ, ਕਿਉਂਕਿ ਲੇਕਿਨ ਭੁਲਾ ਚੁੱਕੇ ਹਾਂ, ਸਿਰਤ ਭੁੱਲ ਚੁੱਕੇ ਹਾਂ। ਇਸ ਲਈ ਦੁਬਾਰਾ ਇਹ ਕੁਐਸਚਨ ਪੁੱਛਿਆ ਗਿਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਰ। ਕਿਉਂਕਿ ਸਾਡੇ ਅੰਦਰ ਹੁਣ ਜਿਹੜੀ ਹੈ ਉਹ ਦੁਨੀਆ ਦੀ ਜਿਹੜੀ ਹੈ ਮਾਇਆ ਰੂਪੀ ਜਿਹੜੀ ਮੈਲ ਹੈ ਉਹ ਲੱਗ ਚੁੱਕੀ ਹੈ। ਜਿਹੜੀ ਝੂਠ ਦੀ ਜਿਹੜੀ ਕੰਧ ਹੈ ਉਹ ਸਾਡੇ ਅੰਦਰ ਇੱਕ ਬਣ ਚੁੱਕੀ ਹੈ। ਜਦੋਂ ਕੰਧ ਟੁੱਟੇਗੀ ਤੇ ਫਿਰ ਦੁਬਾਰਾ ਨਜ਼ਰ ਆ ਜਾਏਗਾ, ਹਾਂ ਜਿਹਨੂੰ ਮੈਂ ਬਾਹਰ ਖੋਜਦਾ ਸੀ ਉਹ ਤੇ ਮੇਰੇ ਅੰਦਰ ਹੀ ਹੈ, ਮੈਂ ਤੇ ਉਹਦੀ ਹੀ ਅੰਸ਼ ਹਾਂ, ਮੈਂ ਤੇ ਕਿਤੇ ਹੋਰ ਹੀ ਢੂੰਡ ਰਿਹਾ ਸੀਗਾ। ਤੇ ਕਿਵ ਕੂੜਾ ਟੁੱਟੈ ਪਾਰ। ਤੇ ਅਜਿਹਾ ਜਿਹੜਾ ਕੁਐਸਚਨ ਹੈ ਉਹ ਸਾਨੂੰ ਫਿਰ ਗੁਰੂ ਸਾਹਿਬ ਨੇ ਬੜੇ ਤਰੀਕੇ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੀ ਮਿਸਾਲਾਂ ਦੇ ਕੇ, ਦੁਨਿਆਵੀ ਮਿਸਾਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਹ ਸਾਰੀਆਂ ਅਵਸਥਾਵਾਂ ਦੀ ਜਿਹੜੀ ਹੈ ਗੁਰੂ ਸਾਹਿਬ ਨੇ ਸਾਰਾ ਜ਼ਿਕਰ ਕਰਤਾ, ਪੂਰੇ ਕਹਿੰਦੇ ਨਾ ਖੋਲ ਦਿੱਤੀ ਗੱਲ। ਕਈ ਟੀਚਰ ਹੁੰਦੇ ਆ ਦੁਨਿਆਵੀ ਜਿਹੜੇ ਕਹਿੰਦੇ ਆ ਕੁਛ ਇਹ ਗੱਲ ਤੇ ਲੁਕੋ ਲਓ, ਅਗਰ ਸਾਰੀ ਗੱਲ ਦੱਸ ਦਿੱਤੀ ਨਾ ਤੇ ਫਿਰ ਸਾਨੂੰ ਕੌਣ ਪੁੱਛੇਗਾ। ਕਈ ਐਸੇ ਵੀ ਹੁੰਦੇ ਆ, ਪਰ ਮਾਫ ਕਰਨਾ, ਅਜਿਹਾ ਜਿਹੜਾ ਗੁਰੂ ਹੈ ਨਾ, ਕੋਈ ਆਪ ਅਧੂਰਾ ਹੈ ਤੇ ਉਹਦਾ ਸਟੂਡੈਂਟ ਕਿੱਥੋਂ ਪੂਰਾ ਹੋਏਗਾ। ਪਰ ਹਾਂ, ਜਿਸ ਸਟੂਡੈਂਟ ਦਾ ਵਿਸ਼ਵਾਸ ਪੂਰਾ ਹੈ ਉਹ ਲੈ ਜਾਂਦਾ ਹੈ, ਫਿਰ ਉਸ ਤੇ ਸਹਿਜੇ ਕਿਰਪਾ ਹੁੰਦੀ ਹੈ। ਤੇ ਲੇਕਿਨ ਜੋ ਗੁਰੂ ਹੈ, ਗੁਰੂ ਨਾਨਕ ਹੈ, ਧੰਨ ਗੁਰੂ ਨਾਨਕ ਇਸ ਲਈ ਮੁੱਖੋਂ ਨਿਕਲਦਾ ਹੈ ਕਿ ਉਹਨਾਂ ਨੇ ਕੁਝ ਛੁਪਾਇਆ ਹੀ ਨਹੀਂ, ਸਭ ਕੁਝ ਸਾਨੂੰ ਦੇ ਗਏ, ਵੰਡ ਰਹੇ, ਕਮਾਲ ਕਰ ਰਹੇ ਆ। ਪਰ ਉਹੀ ਗੱਲ ਹੈ ਨਾ, ਲੈਣ ਦੀ ਜਿਹੜੀ ਪਾਤਰਤਾ ਹੈ ਉਹ ਤੇ ਹੋਏ, ਅਸੀਂ ਲੈਣ ਵਾਲੇ ਤੇ ਬਣੀ, ਗੁਰੂ ਸਾਹਿਬ ਤੇ ਦੇ ਰਹੇ ਆ। ਸਭ ਤੇ ਗੁਰੂ ਸਾਹਿਬ ਮਿਹਰ ਭਰੇ ਹੱਥ ਰੱਖ ਕੇ
ਕਿਰਪਾ ਬਣਾਈ ਰੱਖਣ ਤੇ ਸਾਨੂੰ ਸੋਝੀ ਬਖਸ਼ਦੇ ਰਹਿਣ ਕਿ ਅਸੀਂ ਬਾਣੀ ਵਿੱਚ ਵੱਧ ਤੋਂ ਵੱਧ ਜੁੜਨ ਦੀ ਕੋਸ਼ਿਸ਼ ਕਰੀਏ, ਪਰਮਾਤਮਾ ਦੇ ਵਿਚਾਰ ਅੰਦਰ ਧਾਰਨ ਦੀ ਕੋਸ਼ਿਸ਼ ਕਰੀਏ ਤੇ ਗੁਣਾਂ ਦੇ ਧਾਰਨੀ ਹੋਈਏ ਤੇ ਅਵਗੁਣ ਜਿਹੜੇ ਆ ਸਾਡੇ ਅੰਦਰੋਂ ਧੀਰੇ ਧੀਰੇ ਨਿਕਲਦੇ ਰਹਿਣ ਤੇ ਨਾਲ ਦੇ ਨਾਲ ਹੀ ਨਿਮਰਤਾ ਜਿਹੜੀ ਹੈ ਉਹ ਵੀ ਬਣੀ ਰਹੇ। ਗੁਰੂ ਸਾਹਿਬ ਸਭ ਤੇ ਮਿਹਰ ਭਰੇ ਹੱਥ ਰੱਖਣ, ਕਿਰਪਾ ਕਰਨ। ਅਗਰ ਆਪ ਜੀ ਦਾ ਕੋਈ ਸਵਾਲ ਹੋਏ ਤੇ ਬਿਲਕੁਲ ਆਪ ਜੀ ਕਮੈਂਟ ਬਾਕਸ ਤੇ ਪੁੱਛ ਸਕਦੇ ਹੋ ਜੀ। ਜਿਹੜੇ ਨਵੇਂ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਨ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।